सतनाम श्री वाहिगुरु साहिब जीओ। सतगुर आयो शरण तुहारी, मिलै सुख नाम हर सोबा। चिंता लाहे हमारी, हूँ आया दूरों चल कै, मैं तकी तो शरणाई जियो। मैं आशा रखी चित में, मेरा सब दुख गवाए जियो। मैं आशा रखी चित में, मेरा सब दुख गवाए जियो। जुगो जुग टल चवर छत्र तखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज की निवाजी। गुरु का खास रूप खालसा साध संगत जियो। आओ कुछ समय लई सतगुरु जी दे पावन पवित्र सतगुरां दे सन्मुख हजूरी अंदर जुड़ बैठिए। मन बिरतियां कागर करके सतगुरां दियां कथा विचारां गुरबाणी सरवण करना करिए। आपो अपना जन्म जीवन समय और सुआसां नूं सफला करिए। सतगुरां दियां खुशियां प्राप्त करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, वो विचार इथों तक सी कि जिस वेले सतगुरु गुरु गोविंद सिंह महाराज दसम पातशाह कलगीधर गुरु साहिब जी ने मूला खत्री नूं शाहे दे रूप दे विच सतगुरु जी ने शिकार कीता। ते उस वेले पिछली वारता सारी दसी है, समझाई गई है। ते सतगुरु जी दे प्रति सिखां ने गुरु सतगुरु जी दी बड़ी उस्तत कीती है। उस वेले हुण समां इदां बतीत हुंदा गया ते सतगुरु गुरु गोविंद सिंह महाराज दसम पातशाह इधर श्री नंदेड़ साहिब हजूर साहिब दी धरती ते गोदावरी नदी दे किनारे इधर सतगुरु जी बख्शिशां रहमतां बरतारे ने, अनेक प्रकार दे कौतक करदे ने। उस वेले सतगुरु गुरु गोविंद सिंह महाराज ने सिखां नूं एक इशारा दस्सिया, समझाया कि भाई हुण साडा जिहड़ा बैकुंठ जाण दा समां नज़दीक आ चुकिया। तां माता साहिब देवा गुरु जी पास रह के ये कुछ बर्दाश्त नहीं सी कर सकदे। उस वेले सतगुरु गुरु गोविंद सिंह महाराज दसम पातशाह जी ने भाई राम कोयर दी कथा कहंदे होए संगतां नूं दसी है, क्योंकि हुण सतगुर दा जिहड़ा विछोड़ा आखरी समय दा वो किवें इदां दी विचार प्राप्त हो सके, किवें सतगुर तो विछोड़ा पै सके, किवें सतगुर दा विछोड़ा बर्दाश्त करनगे भाव नहीं। हुण इसे संबंध विच सतगुर जी कुछ इशारे करने शुरू कर दिते गुरु साहिब जी ने।
ਸ਼੍ਰੀ ਨੰਦੇੜ ਸਾਹਿਬ ਦੀ ਧਰਤੀ ਵਿਖੇ ਤੇ ਭਾਈ ਰਾਮ ਕੌਰ ਦੀ ਕਥਾ ਸੁਣਦੇ ਨੇ ਸਤਿਗੁਰੂ ਜੀ। ਕਵੀ ਸੰਤੋਖ ਸਿੰਘ ਦੀ ਉਹ ਕਥਾ ਹੁਣ ਇਸ ਸੂਰਜ ਗ੍ਰੰਥ ਦੇ ਵਿੱਚ ਸੁਭਾਏਮਾਨ ਕਰਦੇ ਨੇ, ਦੱਸਦੇ ਨੇ, ਆਪ ਸੰਗਤ ਨੂੰ ਸੁਣਾਉਂਦੇ ਨੇ। ਜਰਾ ਸੁਣੋ। ਸਤਿਗੁਰੂ ਜੀ ਕਹਿੰਦੇ ਜਿਵੇਂ ਰਾਮ ਕੌਰ ਦੀ ਕਥਾ ਹੋਈ ਉਹ ਵਿਚਾਰ ਸਰਵਣ ਕਰੋ। ਕਹਿੰਦੇ ਜਿਸ ਵੇਲੇ ਅਵਚਲ ਨਗਰ ਨੂੰ ਜਾਂਦਿਆਂ ਰਾਮ ਕੌਰ ਦੀ ਵਿਚਾਰ ਹੋਈ ਤੇ ਸਤਿਗੁਰੂ ਜੀ ਕਹਿੰਦੇ ਮੈਂ ਵੀ ਗੁਰੂ ਜੀ ਦਾ ਸਾਥ ਨਹੀਂ ਛੱਡਿਆ ਸੀ। ਰਾਮ ਕੌਰ ਕਹਿੰਦਾ ਪਰ ਮੇਰੇ ਮਾਤਾ ਜੀ ਪਿੱਛੇ ਪਿੱਛੇ ਬਹੁਤ ਕਾਲੀ ਕਾਲੀ ਆਏ, ਕਾਫੀ ਦੂਰ ਆ ਕੇ ਉਹ ਸਾਨੂੰ ਮਿਲ ਪਏ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਉਸਨੇ ਕਹਿੰਦੇ ਬੰਦਨਾ ਕਰਕੇ ਸਤਿਗੁਰੂ ਜੀ ਪਾਸ ਬੇਨਤੀ ਕੀਤੀ ਹੈ, ਅੱਗੋਂ ਮੇਰਾ ਇੱਕ ਹੀ ਪੁੱਤਰ ਹੈ, ਤੁਸੀਂ ਦੱਖਣ ਦੇਸ਼ ਵਿੱਚ ਬਹੁਤ ਦੂਰ ਜਾਣਾ, ਮੈਂ ਪੁੱਤਰ ਨੂੰ ਦੇਖਣਾ ਤਾਂ ਕਿਤੇ ਰਿਹਾ, ਉਸ ਦੀ ਖਬਰ ਵੀ ਕੰਨ ਨਾਲ ਨਹੀਂ ਸੁਣ ਸਕਾਂਗੀ, ਕਿਉਂਕਿ ਜਿਹੜਾ ਅਵਚਲ ਹੈ ਇਹ ਜਿਹੜਾ ਹਜੂਰ ਸਾਹਿਬ ਨੰਦੇੜ ਸਾਹਿਬ ਦੀ ਧਰਤੀ ਦੱਖਣ ਦੇਸ਼ ਹੈ, ਬਹੁਤ ਦੂਰ ਹੈ। ਇਸ ਕਰਕੇ ਮੈਂ ਆਪਣੇ ਦੇ ਪੁੱਤਰ ਨੂੰ ਦੇਖਣਾ ਤੇ ਕਿਤੇ ਕਹਿੰਦੇ ਉਸ ਦੀ ਖਬਰ ਵੀ ਕੰਨਾਂ ਨਾਲ ਨਹੀਂ ਸੁਣ ਪਾਵਾਂਗੀ, ਐਡੀ ਦੂਰ ਹੈ। ਹੁਣ ਇਧਰੋਂ ਪੰਜਾਬ ਦੀ ਧਰਤੀ ਤੋਂ ਤਕਰੀਬਨ ਇਹ ਜਿਹੜਾ ਹੈ 1800 ਕਿਲੋਮੀਟਰ ਦੀ ਦੂਰੀ ਤੇ ਹੈ, 1900 ਕਿਲੋਮੀਟਰ ਦੀ ਦੂਰੀ ਤੇ ਹੈ ਪੰਜਾਬ ਦੀ ਧਰਤੀ ਤੋਂ। ਕਹਿੰਦੇ ਇੰਨਾ ਜਿਹੜਾ ਵੱਡਾ ਲੰਮਾ ਵਿਛੋੜਾ ਏ, ਐਡੇ ਵੱਡੇ ਲੰਮੇ ਪੈਂਡੇ ਦਾ ਵਿਚਾਰ ਹੈ, ਕਿਵੇਂ ਪ੍ਰਾਪਤ ਕਰਾਂਗੇ। ਤੇ ਰਾਮ ਕੌਰ ਦੀ ਜਿਹੜੀ ਮਾਤਾ ਇਦਾਂ ਵਿਚਾਰ ਕਰ ਲੱਗੀ ਹੈ, ਪੁੱਤਰ ਨੂੰ ਜਾਣ ਦਿੱਤਿਆ ਮੈਨੂੰ ਬਹੁਤ ਦੁੱਖ ਸਹਿਣਾ ਪੈਣਾ, ਪੁੱਤਰ ਦਾ ਵਿਛੋੜਾ ਬਹੁਤ ਵੱਡਾ ਏ। ਵੈਸੇ ਪਰਿਵਾਰ ਵਿੱਚੋਂ ਕਿਸੇ ਦਾ ਵੀ ਕੋਈ ਵੀ ਵਿਛੋੜਾ ਪੈ ਜੇ, ਵਿਛੋੜਾ ਤੇ ਵਿਛੋੜਾ ਹੀ ਹੈ। ਪੁੱਤਰ ਦੇ ਵਿਛੋੜੇ ਵਿੱਚ ਕਿਸੇ ਪ੍ਰਕਾਰ ਵੀ ਰਿਹਾ ਨਹੀਂ ਜਾ ਸਕਦਾ। ਉਸ ਵੇਲੇ ਇਹ ਕਿਰਪਾ ਦੇ ਸਾਗਰ ਸਤਿਗੁਰੂ ਜੀ ਇਹ ਕਿਰਪਾ ਕਰੋ, ਮੇਰੇ ਪੁੱਤਰ ਨੂੰ ਮੇਰੇ ਨਾਲ ਭੇਜੋ। ਇਸ ਪ੍ਰਕਾਰ ਮਾਤਾ ਜੀ ਪਾਸੋਂ ਸੁਣ ਕੇ ਸਤਿਗੁਰੂ ਜੀ ਨੇ ਪੁੱਤਰ ਦੇ ਪਿਆਰ ਦਾ ਸੰਕਟ ਜਾਣਿਆ। ਉਸ ਵੇਲੇ ਸਤਿਗੁਰੂ ਜੀ ਕਹਿਣ ਲੱਗੇ ਐ ਭਾਈ ਤੂੰ ਚਲੇ ਜਾ, ਤੇਰੇ ਮਾਤਾ ਬੜੇ ਸਨੇਹ ਕਰਕੇ ਤੈਨੂੰ ਲੈਣ ਆਏ ਨੇ, ਬਹੁਤ ਲੰਮਾ ਪੈਂਡਾ ਲੰਘ ਕੇ ਆਏ ਨੇ, ਹੁਣ ਦੁਬਾਰਾ ਇਕੱਲੀ ਕਿਵੇਂ ਜਾਵੇਗੀ, ਬੜਾ ਔਖਾ ਮੁਸ਼ਕਲ ਹੋ ਜਾਣਾ। ਇੱਕ ਪੁੱਤਰ ਦਾ ਵਿਛੋੜਾ ਨਹੀਂ ਸਹਾਰਿਆ ਜਾਂਦਾ, ਨਹੀਂ ਤਾਂ ਕਹਿੰਦੇ ਸਾਡੇ ਨਾਲ ਚਲੇ ਜਾਂਦੇ। ਇਹ ਸੁਣ ਕੇ ਕਹਿੰਦੇ ਮੈਂ ਗੁਰੂ ਜੀ ਦੇ ਅੱਗੇ ਖੜਾ ਹੋ ਗਿਆ ਤੇ ਦੀਨ ਹੋ ਕੇ ਇਸ ਪ੍ਰਕਾਰ ਬੇਨਤੀ ਕੀਤੀ ਹੈ, ਮੇਰੇ ਇਸ ਨੇਮ ਦਾ ਨਿਰਵਾਹ ਹੋਵੇ ਤੇ ਮੈਂ ਕਹਿੰਦੇ ਪ੍ਰਣ ਕੀਤਾ ਹੈ ਕਿ ਸਦਾ ਤੁਹਾਡੇ ਪਾਸ ਰਹਿਣਾ ਪਸੰਦ ਕਰਨਾ। ਆਪ ਜੀ ਦੇ ਦਰਸ਼ਨ ਕਰਕੇ ਭੋਜਨ ਛਕਾਂਗਾ ਤੇ ਦਰਸ਼ਨ ਕਰਨ ਤੋਂ ਬਗੈਰ ਆਹਾਰ ਰਹਿਤ ਹੀ ਰਵਾਂਗਾ, ਪ੍ਰਸ਼ਾਦਾ ਨਹੀਂ ਛਕਾਂਗਾ ਦਰਸ਼ਨ ਕੀਤੇ ਬਿਨਾਂ। ਤੁਹਾਡਾ ਵਿਛੋੜਾ ਕਰਕੇ ਜਦ ਭੋਜਨ ਨਹੀਂ ਖਾਵਾਂਗਾ ਫਿਰ ਕਿਸ ਵਿਧੀ ਨਾਲ ਇਸ ਸਰੀਰ ਦਾ ਨਿਰਵਾਹ ਕਰਾਂਗਾ, ਭਾਵ ਨਹੀਂ। ਪਹਿਲਾਂ ਇਸ ਦਾ ਕੋਈ ਇਲਾਜ ਕਰੋ, ਬਾਅਦ ਵਿੱਚ ਮੈਨੂੰ ਦੇਸ਼ ਵੱਲ ਭੇਜੋ। ਸਤਿਗੁਰੂ ਜੀ ਏਦਾਂ ਰਾਮ ਕੌਰ ਨੇ ਕਿਹਾ। ਇਹ ਸਾਰੀ ਸੰਗਤ ਵੀ ਸੁਣ ਰਹੀ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਤੇ ਸਾਰਿਆਂ ਨੂੰ ਸੁਣਾ ਕੇ ਬਚਨ ਕੀਤੇ। ਉਹ ਸਿੱਖੋ ਜਰਾ ਵਿਚਾਰ ਕਰੋ, ਕੰਨੀ ਸੁਣੋ, ਧਿਆਨ ਦੇ ਕੇ ਵਿਚਾਰ ਸੁਣੋ। ਕਹਿੰਦੇ ਜਦ ਤੁਸੀਂ ਬਾਹਰ ਸ਼ਿਕਾਰ ਖੇਡਣ ਜਾਵੋਗੇ, ਉਸ ਵੇਲੇ ਇਦਾਂ ਦੀ ਵਿਚਾਰ ਕੀਤੀ
ਸਾਰਿਆਂ ਨੂੰ ਸੁਣਾ ਕੇ ਕਿਹਾ, ਕਹਿੰਦੇ ਜਦ ਸ਼ਿਕਾਰ ਖੇਡਣ ਜਾਵੋਗੇ ਤਾਂ ਜੰਗਲ ਵਿੱਚ ਜਾ ਕੇ ਸਾਡੇ ਪ੍ਰਗਟ ਰੂਪ ਦੇ ਵਿੱਚ ਦਰਸ਼ਨ ਕਰੋਗੇ। ਏਦਾਂ ਸਤਿਗੁਰ ਦੀ ਕਿਰਪਾ ਹੋਵੇਗੀ। ਜਦ ਵੀ ਦਰਸ਼ਨ ਚਾਹੋ ਬਾਹਰ ਜੰਗਲ ਵੱਲ ਨਿਕਲ ਜਾਇਓ, ਜੰਗਲ ਵਿੱਚ ਜਾ ਕੇ ਸਾਡੇ ਦਰਸ਼ਨ ਪ੍ਰਾਪਤ ਕਰ ਲਿਓ। ਤੁਹਾਨੂੰ ਏਦਾਂ ਦਰਸ਼ਨ ਹੋਣਗੇ ਜਿਵੇਂ ਅਸੀਂ ਸਾਹਮਣੇ ਖਲੋਤੇ ਹੁੰਨੇ ਆ। ਇਸ ਪ੍ਰਕਾਰ ਮੈਨੂੰ ਕਹਿ ਕੇ ਉਹਨਾਂ ਤਿਆਰੀ ਕੀਤੀ। ਮਾਤਾ ਸਾਹਿਬ ਦੇਵਾ ਨੂੰ ਬਚਨ ਕਹੇ, ਤੁਸੀਂ ਵੀ ਵਾਪਸ ਮੁੜ ਕੇ ਦਿੱਲੀ ਵਿਖੇ ਚਲੇ ਜਾਵੋ, ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਇਹਨਾਂ ਤੋਂ ਵਿਛੋੜਾ ਬਰਦਾਸ਼ਤ ਨਹੀਂ ਹੋਣਾ। ਤੇ ਸਤਿਗੁਰੂ ਜੀ ਨੇ ਜਦੋਂ ਏਦਾਂ ਮਾਤਾ ਸਾਹਿਬ ਦੇਵਾ ਨੂੰ ਹੁਕਮ ਕੀਤਾ, ਤੁਸੀਂ ਦਿੱਲੀ ਵਿਖੇ ਚੱਲੋ, ਸਦਾ ਸਾਡੀ ਸੁਪਤਨੀ ਸੁੰਦਰੀ ਜੀ ਦੇ ਪਾਸ ਨਿਤ ਰਹੋ, ਸਾਰੀ ਸੰਗਤ ਤੁਹਾਡੀ ਸੇਵਾ ਕਰੇਗੀ, ਸਾਡੇ ਵਾਂਗ ਤੁਹਾਡੇ ਦੋਹਾਂ ਦੇ ਦਰਸ਼ਨ ਕਰਦੇ ਰਹਿਣਗੇ। ਉਹ ਤੁਹਾਨੂੰ ਪੂਰਨ ਤੌਰ ਤੇ ਰਿਸਪੈਕਟ ਕਰਨਗੇ, ਸਤਿਕਾਰ ਦੇਣਗੇ। ਇਦਾਂ ਦੀ ਵਿਚਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਸਾਹਿਬ ਦੇਵਾ ਨੂੰ ਇਧਰ ਦਿੱਲੀ ਵਿਖੇ ਆਉਣ ਦਾ ਔਰ ਰਾਮ ਕੌਰ ਨੂੰ ਆਪਣੀ ਮਾਤਾ ਦੇ ਨਾਲ ਜਾਣ ਦਾ ਬਚਨ ਕੀਤਾ, ਉਪਦੇਸ਼ ਦਿੱਤਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਬਹੁਤ ਸਮਝਾਇਆ, ਫਿਰ ਵੀ ਕਹਿੰਦੇ ਉਸਨੇ ਸਾਥ ਨਾ ਛੱਡਿਆ। ਬਹੁਤ ਸਮਝਾ ਰਹੇ ਸਨ। ਕਹਿੰਦੇ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਭੋਜਨ ਛਕਦੇ ਸਨ, ਰਾਮ ਕੌਰ ਵਾਂਗ ਨੇਮ ਨਿਭਾ ਰਹੇ ਸਨ। ਕਹਿੰਦੇ ਰਾਮ ਕੌਰ ਨੇ ਆਪਣੀ ਮਾਤਾ ਦੇ ਨਾਲ ਮਿਲ ਕੇ ਵਾਪਸ ਆਉਣ ਦੀ ਵਿਚਾਰ ਬਣਾਈ ਤੇ ਪੰਜਾਬ ਦੇਸ਼ ਵਿੱਚ ਪੁੱਜ ਗਿਆ। ਤੇ ਰਾਮ ਕੌਰ ਸਦਾ ਸ਼ਿਕਾਰ ਖੇਡਣ ਵਾਸਤੇ ਬਾਹਰ ਜਾਂਦਾ। ਜਦੋਂ ਸਤਿਗੁਰੂ ਦੇ ਦਰਸ਼ਨਾਂ ਦੀ ਚਾਹਤ ਹੁੰਦੀ ਤਾਂ ਉਹ ਸਮੇਂ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੀਲੇ ਘੋੜੇ ਤੇ ਸਵਾਰ, ਕਲਗੀ ਸਜਾ ਕੇ, ਦਸਤਾਰ ਵਧੀਆ ਸਜਾ ਕੇ, ਲੰਮਾ ਚੋਲਾ ਪਹਿਨ ਕੇ, ਤੀਰਾਂ ਦਾ ਪੱਥਾ ਪਹਿਨ ਕੇ, ਪੂਰੇ ਸੱਜ ਧੱਜ ਕੇ, ਸ਼ਸਤਰ ਵਸਤਰਾਂ ਦੇ ਨਾਲ ਹੱਥ ਵਿੱਚ ਬਾਜ ਪਕੜ ਕੇ ਸਤਿਗੁਰੂ ਜੀ ਸਾਹਮਣੇ ਦਰਸ਼ਨ ਦਿੰਦੇ ਸਨ। ਏਦਾਂ ਦੀ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਰਾਮ ਕੌਰ ਨੂੰ ਦਰਸ਼ਨ ਦਿੰਦੇ ਰਹੇ ਸਤਿਗੁਰੂ ਜੀ। ਬਹੁਤ ਵਧੀਆ ਏਦਾਂ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਵਰਤਦੀ ਰਹੀ। ਉਹ ਪ੍ਰਗਟ ਰੂਪ ਦੇ ਵਿੱਚ ਗੁਰੂ ਜੀ ਦੇ ਦਰਸ਼ਨ ਕਰਦਾ ਸੀ। ਏਦਾਂ ਗੁਰੂ ਜੀ ਹੁਣ ਅਬਚਲ ਨਗਰ ਵਿਖੇ ਰਹੇ। ਉਹਨਾਂ ਨੇ ਅਨੁਭਵ ਕੀਤਾ ਕਿ ਸਰੀਰ ਦੇ ਅੰਤ ਹੋਣ ਦਾ ਸਮਾਂ ਆ ਚੁੱਕਿਆ। ਉਹਨਾਂ ਸੋਚਿਆ ਜੇ ਸਾਹਿਬ ਦੇਵਾ ਇੱਥੇ ਰਹਿਣਗੇ ਤਾਂ ਪਤੀ ਦੇ ਨਾਲ ਹੀ ਸਤੀ ਹੋ ਜਾਵਣਗੇ। ਉਸ ਸਮੇਂ ਪ੍ਰਭੂ ਜੀ ਆਪਣੇ ਚਿੱਤ ਵਿੱਚ ਇਸ ਪ੍ਰਕਾਰ ਸੋਚ ਰਹੇ ਸਨ। ਅਜਿਹਾ ਕਾਰਜ ਸਿੱਖ ਧਰਮ ਦੀ ਮਰਿਆਦਾ ਦੇ ਉਲਟ ਹੋਣ ਕਰਕੇ ਉਹ ਕਿਸੇ ਪ੍ਰਕਾਰ ਵੀ ਮਾਤਾ ਸਾਹਿਬ ਦੇਵਾ ਨੂੰ ਆਪਣੇ ਆਪ ਤੋਂ ਵਿਛੋੜਨਾ ਚਾਹੁੰਦੇ ਸਨ, ਦੂਰ ਕਰਨਾ ਚਾਹੁੰਦੇ ਸਨ। ਉਹਨਾਂ ਨੇ ਫਿਰ ਉਸ ਨੂੰ ਦਿੱਲੀ ਭੇਜਣ ਵਾਸਤੇ ਬਚਨ ਕਹੇ। ਹੁਣ ਕਹਿੰਦੇ ਜਾਵੋ, ਦੇਰ ਨਾ ਕਰੋ, ਉੱਥੇ ਜਾ ਕੇ ਆਨੰਦ ਦੇ ਨਾਲ ਵਸੋ, ਜਿੱਥੇ ਸਾਡੀ ਸੁਪਤਨੀ ਰਹਿੰਦੀ ਹੈ, ਸੁੰਦਰੀ ਜੀ ਰਹਿੰਦੇ ਆ, ਉੱਥੇ ਜਾ ਕੇ ਵਸੋ। ਕਹਿੰਦੇ ਇਹ ਸੁਣ ਕੇ ਮਾਤਾ ਸਾਹਿਬ ਦੇਵਾ ਨੇ ਹੱਥ ਜੋੜੇ, ਦੀਨ ਮਨ ਹੋ ਕੇ ਅਰਦਾਸ ਬੇਨਤੀ ਜੁਦੜੀ ਕਰਨ ਲੱਗੀ, ਚਰਨਾਂ ਉੱਪਰ ਬੇਨਤੀ ਕਰਨ ਲੱਗੀ ਹੈ ਕਿ ਸਤਿਗੁਰੂ ਜੀ ਤੁਹਾਡੇ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ ਹੈ। ਮੈਂ ਤੇ ਤੁਹਾਡੇ ਦਰਸ਼ਨ ਕਰਕੇ ਜੀਨੀ ਆ। ਜੀਵਤ ਰਹਿਨੀ, ਜਿਵੇਂ ਕਹਿੰਦੇ ਪਾਣੀ ਵਿੱਚ ਮੱਛੀ ਰਹਿੰਦੀ ਹੈ ਨਾ, ਉਹ ਪਾਣੀ ਵਿੱਚ ਮੱਛੀ ਜਿੰਨਾ ਚਿਰ ਉਨਾ ਚਿਰ ਜੀਵਤ ਹੈ। ਜਿੰਨਾ ਚਿਰ ਪਾਣੀ ਚੋਂ ਬਾਹਰ ਕੱਢ ਦਈਏ, ਮੱਛੀ ਤੜਫ ਤੜਫ ਕੇ ਪਾਣੀ ਦੇ ਵਿਜੋਗ ਦੇ ਵਿੱਚ ਮਰ ਜਾਵੇਗੀ। ਸਤਿਗੁਰੂ ਜੀ ਇਸੇ ਤਰ੍ਹਾਂ ਜਿੰਨਾ ਚਿਰ ਤੁਹਾਡੇ ਚਰਨਾਂ ਨਾਲ ਲੱਗੇ ਆ, ਤੁਹਾਡੇ ਦਰਸ਼ਨ ਹੁੰਦੇ ਆ, ਜੀਵਤ ਆ। ਜਦੋਂ ਤੁਹਾਡੇ ਦਰਸ਼ਨਾਂ ਹੋਣ ਬੰਦ ਹੋ ਗਏ, ਚਰਨਾਂ ਤੋਂ ਦੂਰ ਹੋ ਗਏ, ਤੇ ਮਰਾਂਗੇ, ਤੜਫ ਤੜਫ ਕੇ ਮਰਨਾ ਹੋਵੇਗਾ।
ਸਤਿਗੁਰ ਦੀ ਕਿਰਪਾ ਪ੍ਰਾਪਤ ਕਰਨੇ, ਤੁਹਾਡੇ ਦਰਸ਼ਨ ਕਰਨੇ ਆ। ਦਰਸ਼ਨਾਂ ਤੋਂ ਬਿਨਾਂ ਜੀਵਨ ਅਧੂਰਾ ਏ। ਮੈਂ ਭੋਜਨ ਤੱਕ ਤੁਹਾਡੇ ਦਰਸ਼ਨ ਕਰਕੇ ਛਕਣੀ ਆ। ਜਲ ਪਾਣੀ ਸਭ ਕੁਝ ਤੁਹਾਡੇ ਦਰਸ਼ਨ ਕਰਕੇ ਛਕਣੀ ਆ। ਜੇ ਤੁਹਾਡੇ ਦਰਸ਼ਨ ਨਾ ਹੋਵਣ ਤੇ ਮੇਰਾ ਕੀ ਬਣੇਗਾ? ਤੁਹਾਡੇ ਨਾਲੋਂ ਵਿਛੜਨਾ ਉੱਪਰ ਦਰਸ਼ਨ ਕਿਵੇਂ ਹੋਣਗੇ? ਮੈਂ ਪ੍ਰਾਣ ਗਵਾ ਕੇ ਕਸ਼ਟ ਬਰਦਾਸ਼ਤ ਕਰਾਂਗੀ। ਐ ਸਤਿਗੁਰ ਜੀ, ਮੇਰੀ ਫਿਰ ਕੈਸੀ ਹਾਲਤ ਹੋਵੇਗੀ? ਲਾਚਾਰ ਬਣ ਕੇ ਮਰ ਜਾਵਾਂਗੀ। ਫਿਰ ਸਤਿਗੁਰੂ ਜੀ ਨੇ ਜਿਹੜੇ 6 ਸ਼ਾਸਤਰ ਰੱਖੇ ਸਨ, ਉਹ 6 ਸ਼ਾਸਤਰ ਮਾਤਾ ਸਾਹਿਬ ਦੇਵਾਂ ਨੂੰ ਦਿੱਤੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ 6 ਸ਼ਾਸਤਰਾਂ ਨੂੰ ਇੱਕ ਸੁੰਦਰ ਉੱਚੇ ਸਥਾਨ ਤੇ ਸਜਾ ਕੇ ਰੱਖਿਓ। ਉਹ ਸਤਿਗੁਰੂ ਜੀ ਦੇ ਆਪਣੇ ਪਾਸ ਮੰਗਵਾ ਲਏ ਤੇ ਸਾਰੇ ਸ਼ਾਸਤਰ ਸਾਹਿਬ ਦੇਵਾਂ ਨੂੰ ਸੌਂਪ ਕੇ ਕਹਿਣ ਲੱਗੇ, ਕਹਿੰਦੇ ਵਧੀਆ ਢੰਗ ਦੇ ਨਾਲ ਇਹਨਾਂ ਸ਼ਾਸਤਰਾਂ ਦੀ ਪੂਜਨ ਕਰਿਓ, ਸ਼ਾਸਤਰਾਂ ਦੇ ਦਰਸ਼ਨ ਕਰਿਓ। ਜਿਵੇਂ ਇੱਥੇ ਸਾਡੇ ਦਰਸ਼ਨ ਕਰਦੇ ਹੋ, ਇਹਨਾਂ ਦਰਸ਼ਨਾਂ ਨੂੰ ਦੇਖ ਲਿਓ, ਇਹਨਾਂ ਸ਼ਾਸਤਰਾਂ ਨੂੰ ਦੇਖ ਲਿਓ, ਦਰਸ਼ਨ ਕਰ ਲਿਓ। ਉਸ ਨਾਲ ਕਹਿੰਦੇ ਉਸ ਪ੍ਰਕਾਰ ਹੀ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਜਦ ਸਵੇਰੇ ਸਵਖਤੇ ਉੱਠ ਕੇ ਇਸ਼ਨਾਨ ਕਰੋਗੇ ਤਾਂ ਸਾਡਾ ਧਿਆਨ ਲਾ ਕੇ ਸਾਡੇ ਦਰਸ਼ਨ ਕਰਿਓ, ਤੁਹਾਨੂੰ ਸਾਹਮਣੇ ਪ੍ਰਤੱਖ ਦਿਸਾਂਗੇ। ਇਸ਼ਨਾਨ ਕਰਕੇ ਕਿਰਿਆ ਸੋਧ ਕੇ ਚੌਕੜਾ ਮਾਰ ਕੇ ਬੈਠੋਗੇ ਤੇ ਤੁਹਾਡੇ ਤੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋਵੇਗੀ। ਅਸੀਂ ਸਾਹਮਣੇ ਤੁਹਾਡੇ ਪ੍ਰਤੱਖ ਦਿਖਾਂਗੇ। ਇਸ ਪ੍ਰਕਾਰ ਤੇਰਾ ਨੇਮ ਨਿਭ ਜਾਵੇਗਾ। ਇਹਨਾਂ ਸ਼ਾਸਤਰਾਂ ਨੂੰ ਲੈ ਕੇ ਦਿੱਲੀ ਨਗਰੀ ਵਿੱਚ ਪਹੁੰਚ ਜਾਵੋ। ਇਸ ਪ੍ਰਕਾਰ ਕਹਿ ਕੇ ਬਹੁਤ ਸਮਝਾਇਆ ਤੇ ਸੇਵਕ ਬਹੁਤ ਮਾਤਾ ਸਾਹਿਬ ਦੇਵਾ ਦੇ ਨਾਲ ਭੇਜ ਦਿੱਤੇ ਗਏ ਇਧਰ ਦਿੱਲੀ ਵਿਖੇ। ਤੇ ਮਾਤਾ ਜੀ ਬੜੇ ਬੇਬਸ ਹੋ ਚੁੱਕੇ ਸਨ। ਹੁਣ ਸਤਿਗੁਰ ਦਾ ਬਚਨ ਵੀ ਮੋੜ ਨਹੀਂ ਸੀ ਸਕਦੇ। ਜਿਵੇਂ ਸਤਿਗੁਰ ਨੇ ਬਚਨ ਕੀਤੇ, ਉਹ ਬਚਨ ਨੂੰ ਨਿਭਾਉਣਾ ਵੀ ਹੈ। ਗੁਰਬਾਣੀ ਕਹਿੰਦੀ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ। ਭਾਏ ਨਾ ਸਾਕੈ ਜਾਲਿਓ, ਗੁਰੂ ਦਾ ਬਚਨ ਮੰਨ ਕੇ ਚੱਲ ਗਏ। ਗੁਰੂ ਦੇ ਬਚਨਾਂ ਦੇ ਪਹਿਰਾ ਦਿੰਦੇ ਰਹੀਏ। ਤੇ ਸਤਿਗੁਰ ਦਾ ਬਚਨ ਫਿਰ ਇਦਾਂ ਦਾ, ਜਲ ਨਹੀਂ ਡੂਬੈ, ਜਲ ਡੋਬ ਨਹੀਂ ਸਕੇਗਾ ਮਨੁੱਖ ਨੂੰ ਜਿਹੜਾ ਗੁਰੂ ਦਾ ਬਚਨ ਮੰਨਦਾ। ਤਸ ਕਰਨੀ ਲੇਵੈ, ਤਸਕਰ ਦਾ ਭਾਵ ਚੋਰ, ਚੋਰ ਉਹ ਗੁਰੂ ਦੇ ਬਚਨੋਂ ਤੋਂ ਚੁਰਾ ਨਹੀਂ ਸਕਦਾ। ਪਾਹੇ ਨਾ ਸਾਕੈ ਜਾਲੇ, ਜਲ ਉਸ ਵਕਤ ਕਹਿੰਦੇ ਅੱਗ ਉਹਨੂੰ ਸਾੜ ਨਹੀਂ ਸਕਦੀ। ਏਦਾਂ ਦੀ ਕਿਰਪਾ ਹੋ ਜਾਂਦੀ। ਏਦਾਂ ਇੱਕ ਸੁਰੱਖਿਆ ਕਵਚ ਬਣ ਜਾਂਦਾ। ਸਤਿਗੁਰ ਦੀ ਕਿਰਪਾ ਰਹਿਮਤ ਬਣ ਜਾਂਦੀ ਹੈ। ਉਸ ਵੇਲੇ ਏਦਾਂ ਗੁਰੂ ਦੇ ਬਚਨ ਮੰਨਣ ਦੇ ਨਾਲ ਤਾਕਤ ਪ੍ਰਾਪਤ ਹੁੰਦੀ ਹੈ, ਸਮਰੱਥਾ ਪ੍ਰਾਪਤ ਹੁੰਦੀ ਹੈ। ਹੁਣ ਮਾਤਾ ਸਾਹਿਬ ਦੇਵਾ ਨੇ ਵਿਚਾਰ ਕੀਤੀ ਕਿ ਗੁਰੂ ਦਾ ਬਚਨ ਮੰਨਣਾ ਵੀ ਜ਼ਰੂਰੀ ਹੈ। ਪਤੀ ਵਰਤਾ ਇਸਤਰੀ ਆਪਣੇ ਮਾਲਕ ਦਾ ਸਰੀਰ ਆਪਣੇ ਮਨ ਵਿੱਚ ਵਿਚਾਰ ਰਹੀ ਸੀ। ਵਾਹਿਗੁਰੂ ਜੀ ਦੀ ਆਗਿਆ ਨੂੰ ਕੌਣ ਮੀੜ ਸਕਦਾ, ਭਾਵ ਕੋਈ ਨਹੀਂ। ਉਹ ਸਤਿਗੁਰ ਨੇ ਜੋ ਮਸਤਕ ਵਿੱਚ ਲੇਖ ਦੇਖ ਦਿੱਤਾ, ਉਹਦੇ ਮੁਤਾਬਕ ਹੀ ਹੋ ਕੇ ਰਹਿਣਾ। ਮਨੁੱਖ ਜਿੰਨਾ ਮਰਜੀ ਯਤਨ ਕਰ ਲੇ, ਜਿੱਡਾ ਮਰਜੀ ਵਿਚਾਰ ਕਰ ਲੇ, ਨਹੀਂ ਹੋ ਸਕਦਾ। ਜਿਵੇਂ ਕਿਵੇਂ ਕਰਕੇ ਮਨੁੱਖ ਨੂੰ ਉੱਥੇ ਹੀ ਜਾਣਾ ਪੈਂਦਾ ਜਿੱਥੇ ਮਨੁੱਖ ਦੇ ਕਰਮਾਂ ਸੇਤੀ ਸਮਾਂ ਲਿਖਿਆ, ਖਾਣਾ ਪੀਣਾ ਲਿਖਿਆ, ਮੌਤ ਦੀ ਵਿਚਾਰ ਲਿਖੀ। ਮਨੁੱਖ ਨੂੰ ਘੁੰਮ ਘੁਮਾ ਕੇ ਉੱਥੇ ਆਉਣਾ ਪੈਂਦਾ ਆਪਣੇ ਆਪ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਉਹ ਸਮੇਂ ਨੂੰ ਕੌਣ ਮੇਟ ਸਕਦਾ, ਭਾਵ ਕੋਈ ਨਹੀਂ। ਫਿਰ ਸਤਿਗੁਰੂ ਜੀ ਵੈਕੁੰਠ ਨੂੰ ਚਲੇ ਜਾਣਗੇ। ਸਤਿਗੁਰੂ ਜੀ ਮੇਰੇ ਨਾਲ ਕਹਿੰਦੇ ਸਦੀ ਹੋਣਾ ਨਹੀਂ ਚਾਹੁੰਦੇ। ਇਹ ਮੈਂ ਚੰਗੀ ਤਰ੍ਹਾਂ ਵੇਖ ਲਿਆ। ਇਸ ਚਿੰਤਾ ਦੇ ਸ਼ੋਕ ਦੀ ਅੱਗ ਵਿੱਚ ਕਈ ਦਿਨ ਲਵਲੀਨ ਰਹਿ ਕੇ ਦੂਰ ਰਵਾਂਗੀ।
ਕੀ ਕਰਾਂਗੀ ਕਹਿੰਦੇ ਮਨ ਨੂੰ ਚੰਗਾ ਹੀ ਨਹੀਂ ਕੁਝ ਲੱਗਦਾ। ਜੇ ਤਨ ਸੁਕਾ ਕੇ ਪਿੰਜਰ ਵੀ ਕਰ ਦੇਵਾਂਗੀ ਤੇ ਅੰਤ ਵਿੱਚ ਕਹਿੰਦੇ ਦੁੱਖ ਪਾ ਕੇ ਸੰਸਾਰ ਵਿੱਚੋਂ ਚਲੀ ਜਾਵਾਂਗੀ, ਮਰ ਜਾਵਾਂਗੀ, ਕੁਝ ਵੀ ਹਾਸਲ ਨਹੀਂ ਹੋਣਾ। ਕਿਉਂਕਿ ਸੰਸਾਰ ਦੇ ਅੰਦਰ ਕਿਸੇ ਮਨੁੱਖ ਦੇ ਵਿੱਚ ਕੀ ਤਾਕਤ ਹੈ ਕਿ ਆਪਣੇ ਜ਼ੋਰ ਦੇ ਨਾਲ ਮਰ ਜਾਵੇ। ਕਿਸੇ ਮਨੁੱਖ ਦੇ ਵਿੱਚ ਕੀ ਤਾਕਤ ਹੈ ਆਪਣੇ ਜ਼ੋਰ ਦੇ ਨਾਲ ਜੀਵਤ ਰਵੇ। ਜਿਵੇਂ ਜਪਜੀ ਸਾਹਿਬ ਦੀ ਗੁਰਬਾਣੀ ਪੜ੍ਹਦੇ ਆ ਨਾ, ਸਤਿਗੁਰੂ ਜੀ ਕਹਿੰਦੇ ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਸੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਦੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਇਹ ਗੁਰਬਾਣੀ ਪੜ੍ਹਦੇ ਆ ਨਾ, ਜ਼ੋਰ ਦੇ ਨਾਲ ਕੋਈ ਮਰ ਵੀ ਨਹੀਂ ਸਕਦਾ। ਜੇ ਕੋਈ ਕਵੇ ਕਿ ਮੈਂ ਆਪਣੀ ਤਾਕਤ ਦੇ ਨਾਲ ਜ਼ੋਰ ਦੇ ਨਾਲ ਮਰ ਜਾਵਾਂ, ਨਹੀਂ ਮਰ ਸਕਦਾ। ਜੇ ਕੋਈ ਕਵੇ ਮੇਰਾ ਸਮਾਂ ਨਜ਼ਦੀਕ ਆ ਗਿਆ, ਮੈਂ ਜ਼ੋਰ ਦੇ ਨਾਲ ਤਾਕਤ ਦੇ ਨਾਲ ਜੀਵਤ ਰਹਿ ਸਕਦਾ, ਨਹੀਂ ਰਹਿ ਸਕਦਾ। ਜੇ ਕੋਈ ਕਵੇ ਮੈਂ ਆਪਣੇ ਜ਼ੋਰ ਦੇ ਨਾਲ ਜਬਰਨ ਫਲਾਣਾ ਕਾਰਜਾ ਕਰ ਦੇਵਾਂਗਾ, ਤੇ ਸਤਿਗੁਰੂ ਜੀ ਕਹਿੰਦੇ ਨਹੀਂ ਹੋ ਸਕਦਾ। ਉਹ ਜਿਹੜਾ ਪ੍ਰਮਾਤਮਾ ਨੇ ਜੋ ਮਸਤਕ ਵਿੱਚ ਲਿਖਿਆ ਉਹਦੇ ਮੁਤਾਬਕ ਵਰਤਣਾ ਹੈ। ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ। ਇਹ ਤੇ ਗੱਲ ਬਹੁਤ ਦੂਰ ਦੀ ਹੈ। ਮਰਜ਼ੀ ਤੋਂ ਬਿਨਾਂ, ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਤੇ ਇੱਕ ਪੱਤਾ ਤੱਕ ਨਹੀਂ ਝੁੱਲ ਸਕਦਾ। ਉਹ ਵੀ ਪ੍ਰਮਾਤਮਾ ਦੀ ਰਜ਼ਾ ਵਿੱਚ ਹੈ, ਪ੍ਰਮਾਤਮਾ ਦੇ ਜ਼ੋਰ ਦੇ ਵਿੱਚ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ, ਉਹ ਪ੍ਰਮਾਤਮਾ ਦੇ ਹੱਥ ਵਸ ਵਿੱਚ ਹੈ ਸਭ ਕੁਝ। ਨਾਨਕ ਉਤਮ ਨੀਚ ਨਾ ਕੋਏ, ਉਸ ਤੋਂ ਉੱਤਮ, ਉਸ ਤੋਂ ਇਦਾਂ ਦੀ ਵਿਚਾਰ ਵਾਲਾ ਕੋਈ ਨਹੀਂ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਰਹਿਮਤ ਕਰਦੇ ਨੇ। ਉਹ ਪਿਆਰਿਓ, ਸੰਸਾਰ ਵਿੱਚ ਮਨੁੱਖ ਦੇ ਬਹੁਤ ਕੁਝ ਚਾਹੁੰਦਾ, ਮੇਰਾ ਆਹ ਕੁਝ ਹੋ ਜੇ, ਆਹ ਕੁਝ ਹੋ ਜੇ, ਮੈਂ ਆਹ ਕਰਨਾ, ਆਹ ਨਹੀਂ ਕਰਨਾ। ਮਨੁੱਖ ਆਪਣੇ ਫਾਇਦੇ ਲਈ ਕਾਰਜ ਕਰਦਾ, ਫਲਾਣਾ ਆਹ ਕਰਾਂ, ਤੇ ਨੁਕਸਾਨ ਨੂੰ ਕੋਈ ਹੱਥ ਨਹੀਂ ਪਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਫਿਦਰਤ ਹੈ ਇਹ। ਮਨੁੱਖ ਤੇ ਬੜਾ ਕੁਝ ਕਹਿੰਦਾ, ਆਹ ਨਹੀਂ ਆਹ ਕਰ ਲਵਾਂ, ਆਹ ਨਹੀਂ ਆਹ ਕਰ ਲਵਾਂ, ਪਰ ਹੋਣਾ ਉਹੀ ਹੈ ਜੋ ਪ੍ਰਮਾਤਮਾ ਨੇ ਲਿਖਿਆ, ਜੋ ਵਾਹਿਗੁਰੂ ਨੇ ਮਸਤਕ ਵਿੱਚ ਲੇਖ ਲਿਖ ਦਿੱਤਾ। ਇਸ ਕਰਕੇ ਉਹ ਪ੍ਰਮਾਤਮਾ ਦੇ ਅਧੀਨ ਹੋ ਕੇ ਉਹਦੀ ਰਜ਼ਾ ਮੰਨ ਕੇ ਚੱਲੇ ਚੱਲ ਗਏ। ਇਹਦੇ ਵਿੱਚ ਹੀ ਜਿਹੜਾ ਸਾਡੇ ਵਾਸਤੇ ਭਲਾ ਹੈ, ਸ਼ੁਕਰ ਹੈ, ਚੰਗਾ ਸਮਾਂ ਹੈ। ਤੇ ਜੇ ਸਤਿਗੁਰ ਦੀ ਮਰਿਆਦਾ ਖਿਲਾਫ ਕਿੰਤੂ ਪ੍ਰੰਤੂ ਕਰਾਂਗੇ, ਤੇ ਨਾਲੇ ਵੀ ਪਿਆਰਿਓ ਵਿਚਾਰ ਹੈ, ਬੜਾ ਦੁੱਖ ਪ੍ਰਾਪਤ ਹੋਵੇਗਾ। ਦੁੱਖ ਸਹਿੜ ਲਵਾਂਗੇ ਜ਼ਿੰਦਗੀ ਅੰਦਰ, ਜੀਵਨ ਦੇ ਵਿੱਚ ਦੁੱਖ ਪ੍ਰਾਪਤ ਹੋਣਗੇ। ਹੁਣ ਸਤਿਗੁਰ ਦਾ, ਪ੍ਰਮਾਤਮਾ ਦਾ ਭਾਣਾ ਮੰਨਦੇ ਚੱਲੀ ਚੱਲ ਗਏ। ਮੇਰੇ ਮਨ ਗੁਰੂ ਕਾ ਜਿਹੜਾ ਬਚਨ ਹੈ, ਗੁਰੂ ਦਾ ਬਚਨ ਮੰਨ, ਗੁਰੂ ਦਾ ਭਾਣਾ ਮੰਨ, ਗੁਰ ਕੇ ਭਾਣੇ ਵਿੱਚ ਚੱਲ। ਇਹ ਮਨਾ ਗੁਰੂ ਦੇ ਭਾਣੇ ਵਿੱਚ ਚੱਲਦਾ ਰਹੇ ਬਸ, ਜਿਵੇਂ ਕਿਵੇਂ ਕਰਕੇ ਉਹ ਭਾਣੇ ਨੂੰ ਮੰਨਣਾ ਹੀ ਪੈਣਾ ਬਸ ਹੁਣ ਤੇ। ਕਿਉਂਕਿ ਪ੍ਰਮਾਤਮਾ ਦੀ ਇਹ ਸੰਸਾਰ ਵਿੱਚ 84 ਲੱਖ ਜੂਨ ਖੇਤੀ ਹੈ। ਜਿਵੇਂ ਕਿਸਾਨ ਖੇਤੀ ਬੀਜਦਾ, ਉਹ ਕਿਸਾਨ ਦੀ ਮਰਜ਼ੀ ਹੈ, ਜਿੰਨਾ ਮਰਜ਼ੀ ਉਸ ਖੇਤੀ ਨੂੰ ਪ੍ਰਾਪਤ ਕਰੇ, ਉਹਦੀ ਮਰਜ਼ੀ ਹੈ। ਉਹ ਖੇਤੀ ਨੂੰ ਭਾਵੇਂ ਵੱਡੇ ਭਾਵੇਂ ਨਾ ਵੱਡੇ, ਭਾਵੇਂ ਕੱਚੀ ਵੱਡੇ, ਭਾਵੇਂ ਪੱਕੀ, ਭਾਵੇਂ ਅੱਧ ਪੱਕੀ ਵੱਢ ਲਵੇ ਜਾਂ ਪੱਕਣ ਦੀ ਉਡੀਕ ਕਰੇ। ਇਹ ਪ੍ਰਮਾਤਮਾ, ਉਹਦੀ ਕਿਸਾਨ ਦੀ ਮਰਜ਼ੀ। ਤੇ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਿਸਾਨ ਦੀ ਖੇਤੀ ਆ। ਵਾਹਿਗੁਰੂ ਦੀ ਉਹ ਜਿਵੇਂ ਮਰਜ਼ੀ ਵੱਢ ਲਵੇ, ਭਾਵੇਂ ਬਚਪਨ ਚ ਲੈ ਜੇ, ਕੱਚੀ ਵੱਢ ਲਵੇ, ਭਾਵੇਂ ਅੱਧ ਕੱਚੀ ਜਵਾਨੀ ਚ ਲੈ ਜਾਵੇ, ਭਾਵੇਂ ਇਸ ਖੇਤੀ ਦੀ ਪੱਕਣ ਦੀ ਉਡੀਕ ਕਰੇ, ਵੱਡੇ ਪੇ ਵਿੱਚ ਲੈ ਜੇ। ਪ੍ਰਮਾਤਮਾ ਦੀ ਮਰਜ਼ੀ ਖੁਦ ਦੀ, ਸਾਡਾ ਇਹਦੇ ਵਿੱਚ ਜ਼ੋਰ ਕੋਈ ਨਹੀਂ। ਇਸ ਕਰਕੇ ਭਾਣੇ ਵਿੱਚ ਚੱਲਦੇ ਰਹੀਏ। ਤੇ ਮਾਤਾ ਸਾਹਿਬ ਦੇਵਾ ਨੇ ਵੀ ਹੁਣ ਵਿਚਾਰ ਕੀਤੀ, ਭਾਣਾ ਤੇ ਮੰਨਣਾ ਪੈਣਾ, ਭਾਣੇ ਵਿੱਚ ਚੱਲਣਾ ਪੈਣਾ। ਭਾਣਾ ਨਹੀਂ ਮੰਨਾਂਗੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਭਾਣੇ ਤੋਂ ਬਾਹਰ ਹੋ ਕੇ ਦੁੱਖ ਪ੍ਰਾਪਤ ਕਰਾਂਗੀ, ਸਰੀਰ ਨੂੰ ਦੁੱਖੜੇ ਲੱਗਣਗੇ।
ਹੁਣ ਜਦੋਂ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਜਾਲ ਵਿੱਚ ਪਕੜਦਾ, ਉਹ ਜਿੰਨਾ ਜਾਲ ਵਿੱਚੋਂ ਨਿਕਲਣ ਦਾ ਯਤਨ ਕਰਦਾ ਉਨਾ ਹੀ ਫਸਦਾ ਜਾਂਦਾ। ਇਸੇ ਤਰ੍ਹਾਂ ਜਿੰਨੇ ਆਪਣੇ ਦੁੱਖਾਂ ਤੋਂ ਪਰੇ ਭੱਜਦੇ ਜਾਵਾਂਗੇ ਨਾ, ਆਪਾਂ ਕਵਾਂਗੇ ਆ ਦੁੱਖ ਪ੍ਰਾਪਤ ਹੋ ਗਿਆ, ਜਿੰਨਾ ਜ਼ਿਆਦਾ ਮਹਿਸੂਸ ਕਰਾਂਗੇ, ਅਨੁਭਵ ਕਰਾਂਗੇ, ਉਨੇ ਹੀ ਦੁੱਖ ਜ਼ਿਆਦਾ ਲੱਗਣੇ ਆ, ਉਨੀ ਹੀ ਜ਼ਿਆਦਾ ਸਰੀਰ ਨੂੰ ਤਕਲੀਫ ਪ੍ਰਾਪਤ ਹੋਵੇਗੀ। ਸਰੀਰ ਉੱਤੇ ਦੁੱਖੜੇ ਹੰਢਾਉਣ ਦਾ ਯਤਨ ਕਰੀਏ, ਕਿਉਂਕਿ ਫਿਰ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਭਾਣੇ ਮੰਨਣ ਦਾ ਬਲ ਪ੍ਰਾਪਤ ਹੁੰਦਾ। ਸਤਿਗੁਰ ਜੀ ਕਹਿੰਦੇ ਆ, ਗੁਰਬਾਣੀ ਵਿੱਚ ਪੜ੍ਹਦੇ ਆ ਨਾ ਆਪਾਂ ਰਹਿ ਰਸ ਦੇ ਆਰੰਭ ਦੇ ਵਿੱਚ ਹੀ, ਸਤਿਗੁਰ ਜੀ ਕਹਿੰਦੇ ਦੁੱਖ ਦਾਰੂ ਸੁਖ ਰੋਗ ਪਿਆ। ਜਿਹੜਾ ਦੁੱਖੜਾ ਸਰੀਰ ਨੂੰ ਮਿਲਦਾ ਦਾਰੂ ਕਰਕੇ ਪ੍ਰਾਪਤ ਹੁੰਦਾ, ਮੈਡੀਸਨ ਦਵਾਈ ਅਸੌਧੀ ਕਰਕੇ ਪ੍ਰਾਪਤ ਹੁੰਦਾ। ਸੁਖ ਰੋਗ ਪਿਆ, ਜਿਹੜੇ ਸੁੱਖ ਨੇ ਉਹ ਤੇ ਰੋਗ ਬਣ ਜਾਂਦੇ ਨੇ। ਇਸ ਕਰਕੇ ਆਓ ਬਹੁਤੀ ਵਿਚਾਰ ਨਾ ਕਰਾਂ, ਸਮਾਂ ਜੁੜਿਆ ਤੇ ਆਪਾਂ ਫੇਰ ਵਿਚਾਰ ਕਰਾਂਗੇ, ਕਿਉਂਕਿ ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਜੀ ਮਾਤਾ ਸਾਹਿਬ ਦੇਵਾਂ ਨੂੰ ਦਿੱਲੀ ਵਿਖੇ ਭੇਜਦੇ ਆ, ਤੇ ਕਿਵੇਂ ਕਿਵੇਂ ਕਰਕੇ ਜੋ ਵਿਚਾਰਾਂ ਹੁੰਦੀਆਂ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰਿਓ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।